हम अवगुण परे एक गुण नाही। अमृत छाड़ बिखै बिख खाही। माया मोह भरम पै पूले। सुत दारा स्यों प्रीत लगाई। एक उत्तम पंथ सुनियो गुर संगत। अह मिलंत जम त्रास मिटाई। इक अरदास पाठ कीरत की। गुरु रामदास राखो सरनाई। इक अरदास पाठ कीरत की। गुरु रामदास राखो सरनाई। जे सतगुर सिमरंत नैन के तिमर मिटै खिन। जे सतगुर सिमरंत हृदय हर नाम दिनो दिन। जे सतगुर सिमरंत जी की तपत मिटावै। जे सतगुर सिमरंत रिद सिद्ध नव निध पावै। सोई रामदास गुरु बल भण। मिल संगत धन धन करो। जे सतगुर लग प्रभ पाईऐ। सो सतगुर सिमरो नरो। सोई रामदास गुरु बल भण। मिल संगत धन धन करो। जे सतगुर लग प्रभ पाईऐ। सो सतगुर सिमरो नरो। आए प्रभ शरणागति किरपा निध दयाल। एक अखर हर मन बसत नानक होत निहाल। एक अखर हर मन बसत नानक होत निहाल। जुगो जुग अटल सतगुरु गुरगद्दी ते सुभाईमान दसां पातशाहियां दी जोत सतगुरु साहिब श्री गुरु ग्रंथ साहिब जी महाराज जी दी पावन और पवित्र मुबारक अमृतमयी हजूरी विखे चरण शरण विखे जुड़ बैठी गुरु रूप साध संगत। सतगुरु जी ने बेअंत बेअंत रहमतां बख्शिशां कीतियां हन। सानू अपनी पावन पवित्र सुभागी अमृतमयी हजूरी दी दात गोद चरण शरण दी दात बख्शी और गुरु के दरबार का आनंद माणदे होए
ਗੁਰੂ ਘਰ ਦੇ ਕੀਰਤਨੀਆਂ ਪਾਸੋਂ ਰੋਜ਼ਾਨਾ ਦੀ ਤਰ੍ਹਾਂ ਪਾਵਨ ਔਰ ਪਵਿੱਤਰ ਬਾਣੀ ਇਲਾਹੀ ਸਾਚੀ ਅੰਮ੍ਰਿਤਮਈ ਤੁਰ ਕੀ ਬਾਣੀ ਦੇ ਸ਼ਬਦ ਕੀਰਤਨ ਪਿਆਰ ਔਰ ਸਤਿਕਾਰ ਸਹਿਤ ਆਪ ਜੀ ਨੇ ਸ਼ਰਵਣ ਕੀਤੇ ਹਨ। ਕੀਰਤਨ 'ਚ ਜੁੜ ਕੇ ਇਹਨਾਂ ਘੜੀਆਂ ਨੂੰ ਸਫਲਾ ਬਣਾਇਆ, ਸਕਾਰਤ ਬਣਾਇਆ। ਉਪਰੰਤ ਆਓ ਗੁਰਬਾਣੀ ਵਿਚਾਰ ਦੇ ਨਾਲ ਜੁੜੀਏ। ਭਗਤ ਕਬੀਰ ਸਾਹਿਬ ਜੀ ਵੱਲੋਂ ਉਚਾਰਨ ਕੀਤੇ ਹੋਏ ਪਾਵਨ ਔਰ ਪਵਿੱਤਰ ਬਚਨਾਂ ਦੀ ਵਿਚਾਰ ਦੀ ਸਾਂਝ ਪਾਈਏ। ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ। ਅਦਬ ਸਹਿਤ, ਪਿਆਰ ਸਹਿਤ ਫਤਿਹ ਦਾ ਜਵਾਬ ਫਤਿਹ 'ਚ ਦੇਵੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਵੱਲੋਂ ਪਾਵਨ ਸ਼ਲੋਕਾਂ ਦੇ ਰਾਹੀਂ ਜੋ ਸਾਡੀ ਝੋਲੀ 'ਚ ਗਿਆਨ ਉਪਦੇਸ਼ ਉਹਨਾਂ ਨੇ ਪਾਇਆ ਹੈ, ਉਹਨਾਂ ਪਾਵਨ ਪਵਿੱਤਰ ਬਚਨਾਂ ਨੂੰ ਰੋਜ਼ਾਨਾ ਆਪਾਂ ਪੜ੍ਹਦੇ ਹਾਂ, ਸੁਣਦੇ ਹਾਂ, ਵਿਚਾਰਦੇ ਹਾਂ। ਭਗਤ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ 67 ਸ਼ਲੋਕਾਂ ਤੱਕ ਦੀ ਵਿਚਾਰ ਪਿਛਲਿਆਂ ਦੀਵਾਨਾਂ 'ਚ ਆਪ ਜੀ ਨੇ ਲਗਾਤਾਰ ਜੁੜ ਕੇ ਸ਼ਰਵਣ ਕੀਤੀ ਹੈ। ਇਸ ਤੋਂ ਅਗਲੇਰੇ ਬਚਨਾਂ ਦੀ ਵਿਚਾਰ ਮਿੱਥੇ ਹੋਏ ਸਮੇਂ ਮੁਤਾਬਕ ਆਪਾਂ ਸਾਂਝੀ ਕਰਾਂਗੇ। ਕੱਲ੍ਹ ਜਿੱਥੋਂ ਵਿਚਾਰ ਨੂੰ ਆਪਾਂ ਸੰਕੋਚਿਆ ਸੀ, ਕਬੀਰ ਸਾਹਿਬ ਜੀ ਵੱਲੋਂ ਉਚਾਰਨ ਕੀਤੇ ਹੋਏ 67 ਨੰਬਰ ਸ਼ਲੋਕ 'ਤੇ, ਉਸ ਸ਼ਲੋਕ ਰਾਹੀਂ ਕਬੀਰ ਜੀ ਨੇ ਸਾਨੂੰ ਸਮਝਾਇਆ ਕਿ ਸੰਸਾਰ ਰੂਪੀ ਸਮੁੰਦਰ ਦੀਆਂ ਚੱਲ ਰਹੀਆਂ ਵਿਸ਼ਿਆਂ ਵਿਕਾਰਾਂ ਦੀਆਂ ਭਿਆਨਕ ਲਹਿਰਾਂ 'ਚ ਅਸੀਂ ਡੁੱਬ ਚੱਲੇ ਸਾਂ, ਪਰ ਵਾਹਿਗੁਰੂ ਜੀ ਦੀ ਸਿਫਤ ਸਲਾਹ ਦੀ ਲਹਿਰ ਨੇ ਐਸਾ ਧੱਕਾ ਦਿੱਤਾ ਕਿ ਸਾਨੂੰ ਡੁੱਬਦਿਆਂ ਨੂੰ ਬਚਾ ਲਿਆ। ਅਤੇ ਜਦੋਂ ਅਸੀਂ ਡੁੱਬਣ ਤੋਂ ਬਚ ਗਏ, ਫਿਰ ਸਭ ਤੋਂ ਪਹਿਲਾਂ ਇਹ ਵੇਖਿਆ ਕਿ ਆਖਰ ਡੁੱਬ ਕਿਉਂ ਰਹੇ ਸਾਂ, ਕਾਰਨ ਕੀ ਸੀ। ਫਿਰ ਕਹਿੰਦੇ ਜਦੋਂ ਬੇੜੇ ਵੱਲ ਬੜੇ ਧਿਆਨ ਦੇ ਨਾਲ ਵੇਖਿਆ, ਜਿਹੜੇ ਬੇੜੇ 'ਚ ਅਸਵਾਰ ਸਾਂ, ਅਤੇ ਕੀ ਮਹਿਸੂਸ ਹੋਇਆ, ਕੀ ਦਿਖਾਈ ਦਿੱਤਾ ਕਿ ਬੇੜੇ 'ਚ ਤਾਂ ਛੇਕ ਹੀ ਛੇਕ ਹਨ, ਅਤੇ ਇੰਨੇ ਛੇਕਾਂ ਦੇ ਨਾਲ ਭਰੇ ਹੋਏ ਬੇੜੇ 'ਚ ਬੰਦਾ ਡੁੱਬੇਗਾ ਨਹੀਂ ਤੇ ਹੋਰ ਕੀ ਹੋਏਗਾ। ਫਿਰ ਕਹਿੰਦੇ ਇੱਕਦਮ ਅਸੀਂ ਮਾਰੀ ਛਾਲ ਅਤੇ ਬੇੜੇ ਤੋਂ ਬਾਹਰ ਹੋ ਗਏ ਕਿ ਇੱਦਾਂ ਦੇ ਬੇੜੇ 'ਚ ਅਸਵਾਰ ਨਹੀਂ ਹੋਣਾ ਜਿੱਥੇ ਪਲ ਪਲ ਡੁੱਬਣ ਦਾ ਖਤਰਾ ਹੋਏ। ਹੁਣ ਉਹ ਗੱਲ ਕਰਦੇ ਹਨ, ਇਸ ਕਾਇਆ ਰੂਪੀ ਬੇੜੇ ਅੰਦਰ ਜਿਹੜੇ ਮੋਹ ਦੇ ਛੇਕ ਹਨ ਜਾਂ ਹੋਰ ਵਿਸ਼ਿਆਂ ਵਿਕਾਰਾਂ ਦੇ ਛੇਕ ਹਨ। ਕਬੀਰ ਸਾਹਿਬ ਕਹਿੰਦੇ ਜੇ ਡੁੱਬਣ ਤੋਂ ਬਚਣਾ ਹੈ ਫਿਰ ਮੋਹ ਤੋਂ ਬਚਣਾ ਪਵੇਗਾ, ਵਿਸ਼ਿਆਂ ਵਿਕਾਰਾਂ ਦੀਆਂ ਲਹਿਰਾਂ ਤੋਂ ਬਚਣਾ ਪਵੇਗਾ। ਅਤੇ ਹੁਣ ਉਹ ਬੰਦਾ ਬਚ ਤਾਂ ਸਕਦਾ ਹੈ ਜੇ ਪਰਮਾਤਮਾ ਦੀ ਭਗਤੀ 'ਚ ਜੁੜੇਗਾ, ਇਬਾਦਤ 'ਚ ਜੁੜੇਗਾ। ਅਤੇ ਹੁਣ ਸਾਡੀ ਜਿਹੜੀ ਬਿਰਤੀ ਹੈ ਉਹ ਕੀ ਹੈ। ਵਿਸ਼ਿਆਂ ਵਿਕਾਰਾਂ ਦੇ ਰਸ ਤੇ ਸਾਨੂੰ ਬੜੇ ਮਿੱਠੇ ਲੱਗਦੇ ਨੇ, ਬੜੇ ਪਿਆਰੇ ਲੱਗਦੇ ਹਨ, ਪਰ ਵਾਹਿਗੁਰੂ ਜੀ ਦੀ ਭਗਤੀ ਚੰਗੀ ਨਹੀਂ ਲੱਗਦੀ, ਸੰਗਤ ਚੰਗੀ ਨਹੀਂ ਲੱਗਦੀ, ਮਾਲਕ ਦਾ ਨਾਮ, ਬਾਣੀ, ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਜੋ ਚੰਗੀਆਂ ਲੱਗਣੀਆਂ ਚਾਹੀਦੀਆਂ ਸਨ। ਸੋ ਇਹ ਜਿਹੜਾ ਸਾਡਾ ਸੁਭਾਅ ਹੈ, ਇਸ ਸੁਭਾਅ ਦੀ ਗੱਲ ਕਬੀਰ ਸਾਹਿਬ ਨੇ ਅਗਲੇ ਸ਼ਲੋਕ 'ਚ 68 ਨੰਬਰ ਸ਼ਲੋਕ 'ਚ ਕੀਤੀ ਹੈ ਕਿ ਇਹ ਮਨੁੱਖ ਪਾਪੀ ਬਿਰਤੀ ਵਾਲਾ ਹੈ, ਅਤੇ ਪਾਪੀ ਬਿਰਤੀ ਵਾਲਾ ਹੋਣ ਕਰਕੇ ਇਹਦਾ ਸੁਭਾਅ ਕੀ ਹੈ ਅਤੇ ਕਿਹਦੇ ਵਰਗਾ ਇਹਦਾ ਸੁਭਾਅ ਹੈ। ਉਹ ਕਬੀਰ ਸਾਹਿਬ ਫਰਮਾਨ ਕਰਦੇ ਹਨ, ਕਬੀਰ ਪਾਪੀ ਭਗਤ ਨਾ ਭਾਵਈ, ਹਰ ਪੂਜਾ ਨਾ ਸਹਾਏ। ਕਬੀਰ ਸਾਹਿਬ ਕਹਿੰਦੇ ਇਹ ਪਾਪੀ ਬਿਰਤੀ ਵਾਲੇ ਜੀਵ ਨੂੰ
परमात्मा की भगती चंगी नहीं लगती है। इत्थे भगत शब्द के तत्ते दे सिहारी लगी है। और पहला भी आपां सैसकृति बाणी की विचार करदिआं ये विचारिया सी कि गुरु ग्रंथ साहिब जी अंदर भगत शब्द 3 रूपां च आउंदा है। भगत तत्ता मुक्ता भी आउंदा है, भगत तत्ते दे औंकड़ दे नाल भी आउंदा है, ते भगत शब्द तत्ते ते सिहारी लग्गियां भी आउंदा है। ते जिथे भी भगत शब्द दे तत्ते दे सिहारी लगी आ उहदा भाव है, अर्थ है भगती। भगती इत्थे भी पप्पे दे तत्ते दे सिहारी लगी है, इहदा भाव है भगती। महाराज कहते जिहड़ा पापी सुभाव वाला मनुख है उन्होंने परमात्मा की भगती चंगी नहीं लगती, परमात्मा की पूजा चंगी नहीं लगती, नाम चंगा नहीं लगता है। साकत बिरती जो हुई, पापी बिरती जो हुई, जिहड़ा अमृत आत्मक जीवन देण वाला है वो फिर साकत नूं कौड़ा लगता है। ते जेड़े विषय विकार रूपी जहर जीवन नूं बर्बाद ते तबाह करन वाले हन वो साकत नूं मिठे लगदे ने। महाराज दे बचन हन, अमृत कौरा बिखिया मीठी, साकत की बिध नैनो डिठी। कहंदे ये साकत दी जेड़ी बिरती है असी परतख अपनी अखीं वेख, असी भी वेख सकते हाँ। किसी नूं कहीए चलो सत संगत, ते जे वो सत संगत च जाण दे लई तैयार नहीं है, किसी होर माड़ी थां ते जाण दे लई तैयार बैठा, समझो साकत बिरती है, पापी बिरती है। महाराज कहंदे ये साकत बिरती जिवें एक बीमार बंदा है। हुण बीमार व्यक्ति है, उन्होंने जिन्ना मर्जी आपां स्वादिष्ट खाना उहदे अगे परोसिया जावे उन्होंने स्वाद नहीं लगता है। उन्होंने उस स्वादिष्ट मिठे भोजन दे विच भी कौड़ापन लगता है। हुण खाने च भोजन च कोई घाट नहीं है, घाट है खाण वाले दे अंदर। बीमारी करके उहदा मूँह कौड़ा होया पिया है, उन्होंने मिठा भोजन भी मिठा नहीं लगता, चंगा नहीं लगता है। इसे तरह साकत पापी मनमुख मनुख का सुभाव है, परमात्मा की भगती ते है बहुत मिठी, वाहिगुरु का नाम है बहुत मिठा। बल्कि महाराज कहते वो मालक आप ही मिठा है, मिठ बोलड़ा जी, हर सज्जन स्वामी मोरा, हों संभल थकी जी, वो कदे ना बोलै कौरा। साई महिंजा इठड़ा, अम अब्बे थावों मिठड़ा, भैन भाई सब सज्जना, तुद जेहा नाही कोई जियो। महाराज कहते वो साई वो मालक बहुत मिठा है, उहदा नाम मिठा है, पर पापी नूं उहदा मिठा नाम चंगा नहीं लगता है, उहदी बंदगी चंगी नहीं लगती, उहदी भगती चंगी नहीं लगती। महाराज फिर भगत कबीर साहब कहते असल च पापी मनुख का सुभाव है मक्खी वर्गा, और मक्खी की बिरती, मक्खी का सुभाव की है, माखी चंदन पर हरै, जह बेगंध तह जाए। कहते मक्खी का एक सुभाव है, चंदन बहुत सोहना सुगंधी वाला पदार्थ है, एक पासे चंदन रख दवो, एक पासे कुछ गंदगी रख दवो, ते होवे उथे मक्खी। ते मक्खी चंदन नूं छड्ड के ते गंदगी ते जाके बैठेगी, उन्हों चंगी चीज़ चंगी नहीं लगती है, उहदा प्यार गंदगी दे नाल है। एक जगह गुरु अर्जन देव महाराज दे बचन कहते माखी राम की तू माखी, जै दुर्गंध तहाँ तू बैसै, महा बिखिया मद चाखी। कहते है मक्खी तेरा सुभाव की है, जिथे ऐन गंदगी होएगी उथे जाके तू बैठेगी, जिथे कोई भली चीज़ है उथे तो तू जाती कोई नहीं है। एक होर गुरु महाराज जी का बड़ा प्यारा बचन कहते गिल्ली गिल्ली रोहड़ी, भौंदी भाव भाव आए। कहते गिल्ली है गुड़ दी रोड़ी पेसी, ऐन गिल्ली चिप चिपी है। हुण मक्खी की करती है, उहदे दुआले दुआले घूमदी है।
ਤੇ ਘੁੰਮਦਿਆਂ ਘੁੰਮਦਿਆਂ ਹੁਣ ਉਹ ਮੱਖੀ ਉਹ ਗੁੜ ਦੀ ਗਿੱਲੀ ਰੋੜੀ ਦੇ ਉੱਪਰ ਜਾ ਬਹਿੰਦੀ ਹੈ। ਬਹਿ ਤਾਂ ਗਈ ਮਿੱਠੇ ਦਾ ਰਸ ਲੈਣ ਦੇ ਲਈ, ਰਸ ਚੱਖਣ ਦੇ ਲਈ, ਪਰ ਉਹ ਰੋੜੀ ਇੰਨੀ ਮਿੱਠੀ ਗਿੱਲੀ ਸੀ ਕਿ ਉਹਦੇ 'ਚ ਮੱਖੀ ਦੀਆਂ ਹੁਣ ਲੱਤਾਂ ਹੀ ਫਸ ਗਈਆਂ ਨੇ, ਪੈਰ ਹੀ ਫਸ ਗਏ ਹਨ। ਹੁਣ ਉਹ ਉੱਥੋਂ ਬਾਹਰ ਨਿਕਲਣਾ ਚਾਹੁੰਦੀ ਹੈ ਤੇ ਉਹਦੇ ਕੋਲੋਂ ਉੱਡਿਆ ਕੋਈ ਨਹੀਂ ਜਾ ਰਿਹਾ, ਫਸ ਗਈ। ਕਿੰਨੀਆਂ ਮੱਖੀਆਂ ਇੱਦਾਂ ਹੀ ਗਿੱਲੀਆਂ ਰੋੜੀਆਂ 'ਤੇ ਹੀ ਫਸ ਕੇ ਮੁੱਕ ਜਾਂਦੀਆਂ ਹਨ। ਮਹਾਰਾਜ ਕਹਿੰਦੇ ਬਿਲਕੁਲ ਇਸੇ ਤਰ੍ਹਾਂ ਜੀਵ ਦੀ ਬਿਰਤੀ ਮੱਖੀ ਦੀ ਤਰ੍ਹਾਂ ਹੈ ਤੇ ਇਹ ਮਾਇਆ ਮੋਹ ਦੇ ਜਿਹੜੇ ਪਦਾਰਥਾਂ ਦੇ ਰਸ ਹਨ ਇਹ ਗਿੱਲੀ ਰੋੜੀ, ਗੁੜ ਦੀ ਰੋੜੀ ਦੀ ਤਰ੍ਹਾਂ ਹਨ। ਜੀਵ ਚਸਕੇ ਕਰਕੇ, ਲਾਲਚ ਕਰਕੇ, ਲੋਭ ਕਰਕੇ ਫਸ ਤਾਂ ਜਾਂਦੇ ਹਨ ਪਰ ਪਰਤ ਕੇ ਵਿੱਚੋਂ ਬਾਹਰ ਕੋਈ ਨਹੀਂ ਨਿਕਲਿਆ ਜਾਂਦਾ ਹੈ। ਲੋਭ ਬੰਦੇ ਨੂੰ ਫਸਾ ਦਿੰਦਾ ਹੈ। ਕਬੀਰ ਸਾਹਿਬ ਨੇ ਇਹਦੀ ਇੱਕ ਜਗ੍ਹਾ 'ਤੇ ਹੋਰ ਬੜੀ ਪਿਆਰੀ ਉਦਾਹਰਣ ਦਿੱਤੀ। ਉਹਨਾਂ ਨੇ ਬਾਂਦਰ ਦੀ ਉਦਾਹਰਣ ਦੇ ਕੇ ਗੱਲ ਕੀਤੀ। ਕਹਿੰਦੇ ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾ ਰੇ। ਬਾਂਦਰ ਨੂੰ ਪਕੜਨ ਵਾਲੇ ਕੀ ਕਰਦੇ ਹਨ? ਤੰਗ ਮੂੰਹ ਵਾਲੀ ਇੱਕ ਕੁੱਜੀ 'ਚ ਕੁਝ ਚਣੇ, ਕੁਝ ਛੋਲਿਆਂ ਦੇ ਦਾਣੇ ਪਾ ਕੇ ਉਹਨੂੰ ਜ਼ਮੀਨ 'ਚ ਘੁੱਟ ਕੇ ਹੇਠਾਂ ਦੱਬ ਦਿੰਦੇ ਹਨ। ਬਸ ਉਹਦਾ ਮੂੰਹ ਹੀ ਉੱਪਰ ਹੁੰਦਾ ਹੈ ਤੇ ਕੁਝ ਦਾਣੇ ਉਹ ਬਾਹਰ ਖਿਲਾਰ ਦਿੰਦੇ ਹਨ। ਤੇ ਬਾਂਦਰ ਕੀ ਕਰਦਾ ਹੈ? ਉਹ ਜਿਹੜੇ ਬਾਹਰ ਖਿਲਰੇ ਦਾਣੇ ਹਨ ਪਹਿਲਾਂ ਸਹਿਜੇ ਸਹਿਜੇ ਉਹਨਾਂ ਨੂੰ ਚੁੱਕਦਾ ਖਾਂਦਾ ਹੈ। ਫਿਰ ਅੱਗੇ ਅੱਗੇ ਚੱਲਦਿਆਂ ਉਹ ਕੁੱਜੀ ਤੱਕ ਪਹੁੰਚ ਜਾਂਦਾ ਹੈ। ਕੁੱਜੀ ਦਾ ਮੂੰਹ ਤੰਗ ਹੈ, ਵਿੱਚ ਉਹਦੇ ਦਾਣੇ ਹਨ। ਹੁਣ ਲੋਭ ਵਸ ਬਾਂਦਰ ਉਹਦੇ ਕੁੱਜੀ ਦੇ ਵਿੱਚ ਹੱਥ ਪਾਉਂਦਾ ਹੈ। ਅੰਦਰ ਚਣੇ ਹਨ, ਇਹਨੇ ਮੁੱਠ ਭਰ ਲਈ ਤੇ ਭਰੀ ਮੁੱਠ ਜਦੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਹੈ ਉਹ ਬਾਹਰ ਨਹੀਂ ਨਿਕਲਦੀ ਹੈ। ਤੇ ਦੂਜੇ ਪਾਸੇ ਸ਼ਿਕਾਰੀ ਵੇਖ ਲੈਂਦੇ ਹਨ। ਜਿਵੇਂ ਬਾਕੀ ਜਾਨਵਰਾਂ ਪੰਛੀਆਂ ਨੂੰ ਪਕੜਨ ਦੇ ਲਈ ਸ਼ਿਕਾਰੀ ਜਾਲ ਪਾਉਂਦਾ ਹੈ ਕਿ ਪੰਛੀ ਜਾਂ ਜਾਨਵਰ ਜਾਲ ਦੇ ਵਿੱਚ ਫਸ ਜਾਵੇ ਉਹਨੂੰ ਫੜ ਲਵਾਂਗੇ। ਬਾਂਦਰ ਨੂੰ ਫੜਨ ਦੇ ਲਈ ਜਾਲ ਦੀ ਲੋੜ ਹੀ ਨਹੀਂ ਪੈਂਦੀ, ਉਹ ਲੋਭ ਰੂਪੀ ਜਾਲ ਦੇ ਵਿੱਚ ਹੀ ਫਸ ਕੇ ਪਕੜਿਆ ਜਾਂਦਾ ਹੈ। ਹੁਣ ਸ਼ਿਕਾਰੀ ਨੇ ਵੇਖਿਆ ਇਹਨੇ ਕੁੱਜੀ 'ਚ ਹੱਥ ਪਾ ਲਿਆ ਹੈ, ਹੱਥ ਮੁੱਠ ਇਹਨੇ ਚਣੇ ਦੇ ਦਾਣਿਆਂ ਦੀ ਭਰ ਲਈ ਹੈ। ਉਹ ਫਿਰ ਸਹਿਜੇ ਸਹਿਜੇ ਨੇੜੇ ਆਉਂਦੇ, ਇਹਨੂੰ ਵੀ ਦਿਸਦਾ ਹੈ ਕਿ ਮੇਰੇ ਨੇੜੇ ਆ ਰਹੇ ਨੇ, ਪਕੜ ਲੈਣਗੇ। ਜੇ ਚਾਹਵੇ ਤੇ ਉਹ ਚਣੇ ਛੱਡ ਕੇ ਹੱਥ ਬਾਹਰ ਕੱਢ ਕੇ ਭੱਜ ਸਕਦਾ, ਬਚ ਸਕਦਾ ਹੈ, ਪਰ ਛੱਡਦਾ ਨਹੀਂ ਹੈ। ਲਾਲਚ ਇੰਨਾ, ਲੋਭ ਇੰਨਾ। ਤੇ ਸ਼ਿਕਾਰੀ ਉਹਨੂੰ ਆ ਕੇ ਪਕੜ ਲੈਂਦੇ ਹਨ। ਫਿਰ ਉਹਨੂੰ ਸਿਖਾਉਂਦੇ ਨੇ ਤੇ ਘਰ ਘਰ ਨਚਾਉਂਦੇ ਹਨ। ਮਹਾਰਾਜ ਕਹਿੰਦੇ ਹੁਣ ਇਹ ਦੂਜਿਆਂ ਦੇ ਸਾਹਮਣੇ ਨੱਚਦਾ ਪਿਆ, ਦੂਜਿਆਂ ਦੇ ਸਾਹਮਣੇ ਤਮਾਸ਼ਾ ਬਣਿਆ ਹੋਇਆ ਹੈ। ਤੇ ਉਹ ਦੂਜਿਆਂ ਦੇ ਸਾਹਮਣੇ ਤਮਾਸ਼ਾ ਬਣਨ ਦਾ ਕਾਰਨ ਕੀ ਸੀ? ਇਹਦਾ ਲੋਭ। ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾ ਰੇ। ਲੀਨੀ ਹਾਥ ਪਸਾਰ ਛੂਟਨ ਕੋ ਸਹਿਸਾ ਪਰਿਓ ਮਨ ਬੌਰਾ ਰੇ। ਨਾਚਿਓ ਘਰ ਘਰ ਬਾਰ। ਔਰ ਇਕੱਲੇ ਬੰਦਰ ਦੀ ਗੱਲ ਨਹੀਂ ਹੈ, ਬੜੇ ਲੋਕ ਹਨ ਜਿਹੜੇ ਲੋਭ ਕਰਕੇ ਗਲਤ ਕੰਮ ਕਰ ਲੈਂਦੇ ਹਨ ਤੇ ਫਿਰ ਦੂਜਿਆਂ ਦੇ ਸਾਹਮਣੇ ਤਮਾਸ਼ਾ ਬਣਦੇ ਹਨ। ਦੂਜਿਆਂ ਦੇ ਸਾਹਮਣੇ ਤਮਾਸ਼ਾ। ਮਹਾਰਾਜ ਕਹਿੰਦੇ ਮੱਖੀ ਵਾਲੀ ਬਿਰਤੀ ਹੈ। ਪਰਮਾਤਮਾ ਦੀ ਭਗਤੀ ਚੰਗੀ ਨਹੀਂ ਲੱਗਦੀ ਹੈ, ਪਦਾਰਥਾਂ ਦਾ ਰਸ ਇਹਨੂੰ ਬੜਾ ਚੰਗਾ ਲੱਗਦਾ। ਇੱਕ ਜਗ੍ਹਾ ਸਤਿਗੁਰੂ ਨੇ ਇੱਲ ਦੀ ਉਦਾਹਰਣ ਦਿੱਤੀ ਹੈ। ਗੁਰਬਾਣੀ 'ਚ ਵੇਖੋ, ਸਾਨੂੰ ਸਮਝਾਉਣ ਦੇ ਲਈ ਗੁਰੂ ਮਹਾਰਾਜ ਨੇ ਬਾਹਰ ਦੀਆਂ ਚੀਜ਼ਾਂ ਦੇ ਦ੍ਰਿਸ਼ਟਾਂਤ ਦੇ ਦੇ ਕੇ ਸਾਨੂੰ ਸਮਝਾਇਆ ਤਾਂ ਕਿ ਗੱਲ ਸਾਡੀ ਸਮਝ ਦੇ ਵਿੱਚ ਆਵੇ। ਜੋ ਚੀਜ਼ਾਂ ਰੋਜ਼ਮਰਰਾ ਦੀ ਸਾਡੀ ਜ਼ਿੰਦਗੀ 'ਚ ਵਰਤਦੀਆਂ ਹਨ, ਗੁਰੂ ਨੇ ਉੱਥੋਂ ਪ੍ਰਮਾਣ ਦੇ ਦੇ ਕੇ ਸਾਨੂੰ ਮੱਤ ਦੇਣ ਦੀ ਕੋਸ਼ਿਸ਼ ਕੀਤੀ ਤਾਂ ਕਿ ਕਿਤਿਓਂ ਨਾ ਕਿਤਿਓਂ ਕੋਈ ਚੰਗੀ ਗੱਲ ਸਾਡੀ ਪਕੜ, ਸਾਡੀ ਸਮਝ ਦੇ ਵਿੱਚ ਆਵੇ ਤੇ ਆਪਾਂ ਸਮਝਦਾਰ ਬਣ ਜਾਈਏ। ਮਹਾਰਾਜ ਕਹਿੰਦੇ ਅਸਮਾਨ 'ਤੇ ਉੱਡਦੀ ਹੋਈ ਇੱਲ ਨੂੰ ਵੇਖੋ, ਕਿੱਡੀ ਲੰਬੀ ਉਹਦੀ ਉਡਾਰੀ ਹੁੰਦੀ ਹੈ, ਕਿੰਨੀ ਉਤਾਂਹ ਤੱਕ ਉਹ ਉੱਡਦੀ ਹੈ। ਤੇ ਉੱਡਦੀ ਉੱਡਦੀ ਦੈਂ ਦਿਸ਼ਾ ਜਲ ਪਰਬਤ ਬਨ ਰਾਏ। ਬੜੀਆਂ ਸੋਹਣੀਆਂ ਸੋਹਣੀਆਂ ਥਾਵਾਂ ਦੇ ਉੱਪਰ ਇੱਲ ਉਡਾਰੀਆਂ ਮਾਰਦੀ ਹੈ। ਪਰ ਮਹਾਰਾਜ ਕਹਿੰਦੇ ਕਦੇ ਖਿਆਲ ਕਰਨਾ, ਇੱਲ ਕਦੇ ਕਿਸੇ ਸੋਹਣੇ ਬਗੀਚੇ 'ਚ ਜਾ ਕੇ ਨਹੀਂ ਬਹਿੰਦੀ ਹੈ। ਇੱਲ ਕਦੇ ਕਿਸੇ ਸੋਹਣੀ ਇਮਾਰਤ 'ਤੇ ਜਾ ਕੇ ਨਹੀਂ ਬਹਿੰਦੀ ਹੈ।
इल किसे सोहणे फलां वाले दरखत ते जाके नहीं बहिंदी, किसे सोहणे फुल्लां वाले बूटे ते जाके नहीं बहिंदी है। इल कित्थे जाके बहिंदी है? जिथे वो कोई मरिया जानवर, कोई मरिया डंगर पशु वेखेगी उथे जाके बैठेगी। उड़दी उड़दी दै दिशा जल पर्बत बनराए, जिथे डिठो मिरत को इल बैठी आए। महाराज कहते मनमुख का सुभाव भी बिल्कुल इसे तरह दे। एक पासे संगत चल रही होवे, कोई रब की बंदगी की गल किते चल रही होए, पापी बंदा उथे जाके नहीं बैठेगा, वो बैठेगा मनमुखां की संगत दे विच जाके, वो बैठेगा साकतां दे संग दे विच जाके। क्योंकि बिरती पशु बिरती इल वर्गी बिरती है। कबीर साहब कहते बिरती मक्खी वाली बिरती है। जिमें मक्खी चंदन नूं छड्ड के गंदगी ते बहिंदी है, बिल्कुल इसे तरह साकत बंदा रब की भगती नूं छड्ड के कुकर्मां च जाके गरसदा फसदा है। माखी चंदन पर हरै, जै बेगंध तै जाए। इदों अगे कबीर साहब जी 69 नंबर सलोक अंदर फरमान करते हैं, कबीर बैद मूआ रोगी मूआ, मूआ सब संसार। एक तो वेखो ये संसार की चलाएमान खेड है। जिहड़ा बीमार है उन्हें तो मरना ही है, रोगी ने एक ना एक दिन। पर जिहड़े रोगियों का इलाज करन वाले हुंदे हन कि वो नहीं मरदे हन, वैद भी मरदे हन, ते सारे अपनी अपनी वारी के मुताबिक संसार तो जाते हैं। पर इत्थे जिहड़ा बचन कबीर साहब कर रहे हैं उहदा एक अंतरीव भाव है। गुरु की बाणी के शब्दों का एक बाहरी भाव है, एक अंदरूनी भाव है। कई बार कुछ शब्द सानू लगते हैं ये बिल्कुल बाहरी भाव वाली गल है, कोई बाहर की गल है, पर गुरु बाहर की गल का दृष्टांत दे के साडे अंदर की गल करते हैं। अंदर की गल गुरु सानू बाहरी जीवन का उपदेश भी देंदे हैं कि असी समाज अंदर, परिवार अंदर, घर अंदर किवें विचरना, साडे घर बाहर समाज का जीवन किदां दा होवे। पर मूल रूप दे विच गुरु की बाणी सानू अध्यात्मक उपदेश देंदी है कि किवें असी बाहर दे कर्म करदियां भी अंदरों रब दे नाल जुड़ जाइए। हुण इत्थे महाराज फरमान करते हैं कि वेखो संसार अंदर की है। एक तो वो व्यक्ति हैं जिहड़े अज्ञानी हैं ते विषयां विकारां दे रोगां दे विच फसे हैं, ते विषयां विकारां दे रोगां करके वो आत्मक मौते मर जाते हैं। एक वैद का भाव है जिन्हां नूं ज्ञान तां है कि आ चीज़ गलत है, आ चीज़ ठीक है, ज्ञान है, समझ है, पर वो फिर भी गलत नूं छड्ड नहीं पाउंदे हन ते चंगा कर नहीं पाउंदे हन, फिर भी वो गलत काम करी जाते हैं। खास तौर ते कबीर साहब क्योंकि बनारस रहिंदे सन ते उन्हां ने बनारस दे विच बड़ियां पंडितां नूं वेखिया जिन्हां नूं चंगे ते माड़े दी बाखूबी समझ सी, भले ते बुरे दी बाखूबी समझ सी। किहड़ा कर्म धर्म है, किहड़ा कर्म भरम है, इस चीज़ की उन्हां पंडितां नूं बाखूबी समझ सी। पर फिर भी वो धर्म नूं छड्ड के ते भरम दे विच उलझे पए सन, चंगे नूं छड्ड के माड़े दे विच उलझे पए सन। सो कबीर साहब कहंदे असी वेखिया जिन्हां ने दूजियां दा मानसिक इलाज करना सी, पंडितां ने, ज्ञानियां ने, विद्वानां ने, वो भी विषयां विकारां दी मौते मरे पए हन। आम सधारण लोग भी मरे पए ने। सारे संसार अंदर विषयां विकारां दा ऐसा प्रभाव कि माया ऐसी मोहनी भाई, जेते जी तेते डहकाई, सब उपर कहंदे ये विषयां विकारां ने अपना प्रभाव पाया। बाणी च गुरु महाराज ने कई प्रकार की मौत की गल कीती है। एक तो शरीरक मौत सब नूं आउणी है, उहदे तो कोई बच नहीं सकता है। राम गयो रावण गयो, जाको बहु परिवार, जो उपजो सो बिनस है। बादशाह शाह व्यापारी मरना, जो दिसै सो कालै खरना। एक मौत ते सब नूं आउणी है, शरीरक मौत। पर एक मौत है आत्मक मौत।
ਉਸ ਮੌਤ ਤੋਂ ਬਚਿਆ ਜਾ ਸਕਦਾ ਹੈ। ਤੇ ਬਚ ਆਪਾਂ ਕਿੱਦਾਂ ਸਕਦੇ ਹਾਂ? ਗੁਰੂ ਕੀ ਬਾਣੀ ਦੇ ਨਾਲ ਜੁੜ ਕੇ, ਗੁਰੂ ਕੇ ਉਪਦੇਸ਼ ਦੇ ਨਾਲ ਜੁੜ ਕੇ, ਗੁਰੂ ਕੇ ਗਿਆਨ ਦੇ ਨਾਲ ਜੁੜ ਕੇ ਬੰਦਾ ਆਤਮਿਕ ਮੌਤ ਤੋਂ ਬਚ ਸਕਦਾ ਹੈ। ਪਰ ਬਚਦਾ ਉਹੀ ਹੈ ਜਿਹੜਾ ਜੁੜ ਗਿਆ ਹੈ। ਇਹਨੂੰ ਮਹਾਰਾਜ ਕਹਿੰਦੇ ਮਨ ਗੁਰਮੁਖ ਉਭਰੇ, ਗੁਰਮੁਖ ਬਚ ਜਾਂਦੇ ਹਨ। ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ, ਮਨਮੁਖ ਖਾਦੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿਤ ਲਾਇਆ। ਮਾਇਆ ਮੋਹਣੀ ਦਾ, ਮਮਤਾ ਮੋਹਣੀ ਦਾ, ਮੋਹ ਦਾ ਐਸਾ ਪ੍ਰਬਲ ਪ੍ਰਭਾਵ ਇਸ ਜਗਤ ਅੰਦਰ, ਜਿਹੜੇ ਤੇ ਆਪਣੇ ਮਨ ਦੀ ਮੱਤ ਵਰਤ ਕੇ ਚੱਲਦੇ ਹਨ, ਮਨ ਪਿੱਛੇ ਲੱਗ ਕੇ ਚੱਲਦੇ ਨੇ, ਉਹ ਤਾਂ ਮਾਇਆ ਦੀ ਦਲਦਲ ਦੇ ਵਿੱਚ ਡੁੱਬ ਜਾਂਦੇ ਹਨ। ਜਿਹੜੇ ਗੁਰੂ ਦੀ ਮਾਤਰ ਮਨ ਅੰਦਰ ਧਾਰ ਕੇ ਚੱਲਦੇ ਨੇ, ਜੋ ਗੁਰ ਕਹੈ ਸੋਈ ਭਲ ਮਾਨੋ ਦੇ ਰਸਤੇ ਤੇ, ਫਿਰ ਉਹ ਨਹੀਂ ਡੁੱਬਦੇ ਹਨ, ਕਿਉਂਕਿ ਉਹਨਾਂ ਨੂੰ ਬਚਾਉਣ ਵਾਲਾ ਗੁਰੂ ਆਪ ਖੜਾ ਹੈ। ਗੁਰੂ ਜਿਵੇਂ ਭਾਈ ਜੋਗਾ ਸਤਿਗੁਰੂ ਗੁਰੂ ਕਲਗੀਧਰ ਮਹਾਰਾਜ ਨੂੰ ਕਹਿ ਦਿੱਤਾ, ਮਹਾਰਾਜ ਮੈਂ ਤੁਹਾਡੇ ਜੋਗਾ ਹਾਂ। ਮਨ ਦਾ ਕੋਈ ਪਤਾ ਨਹੀਂ ਹੈ, ਕਿਸੇ ਦਾ ਵੀ ਫਿਸਲ ਸਕਦਾ ਹੈ, ਕੋਈ ਦਾਵਾ ਨਹੀਂ ਹੈ। ਭਾਈ ਜੋਗੇ ਨੇ ਦ੍ਰਿੜਤਾ ਵੀ ਵਿਖਾਈ, ਪਰ ਇੱਕ ਸਮਾਂ ਐਸਾ ਬਣਿਆ ਜਦੋਂ ਮਨ ਫਿਸਲ ਗਿਆ, ਮਨ ਡੋਲ ਗਿਆ। ਪਰ ਗੁਰੂ ਨੇ ਫਿਰ ਆਪ ਵਿੱਚ ਸਹਾਈ ਹੋ ਕੇ ਸਿੱਖ ਨੂੰ ਵਿਕਾਰਾਂ ਦੇ ਖੂਹ ਦੇ ਵਿੱਚ ਡਿੱਗਣ ਤੋਂ ਬਚਾ ਲਿਆ। ਪਰ ਬਚਾਉਂਦੇ ਕਿਹਨੂੰ ਹਨ? ਗੁਰੂ, ਜਿਹੜਾ ਗੁਰੂ ਅੱਗੇ ਬਿਲਕੁਲ ਸਮਰਪਿਤ ਹੋ ਗਿਆ। ਮਹਾਰਾਜ ਮੇਰੀ ਕੋਈ ਔਕਾਤ ਪਾਇਆ ਨਹੀਂ ਹੈ, ਮੈਂ ਇਹਨਾਂ ਵਿਕਾਰਾਂ ਦਾ ਮੁਕਾਬਲਾ ਕਰ ਸਕਾਂ, ਤੁਸੀਂ ਸਹਾਈ ਹੋਵੋਗੇ ਤੇ ਬਚ ਸਕਦਾ ਹਾਂ, ਨਹੀਂ ਤੇ ਮੈਂ ਖਿਨ ਖਿਨ ਭੁੱਲਣਹਾਰ ਹਾਂ। ਮਹਾਰਾਜ ਕਹਿੰਦੇ ਮਨਮੁਖ ਖਾਦੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿਤ ਲਾਇਆ। ਜਿਨ੍ਹਾਂ ਦਾ ਚਿੱਤ ਸੱਚੇ ਨਾਮ ਦੇ ਵਿੱਚ ਜੁੜ ਗਿਆ ਉਹ ਗੁਰਮੁਖ ਬਚ ਜਾਂਦੇ ਹਨ, ਤੇ ਜਿਹੜੇ ਸੱਚ ਨਾਮ 'ਚ ਚਿੱਤ ਨਹੀਂ ਜੋੜਦੇ, ਕੇਵਲ ਮਨ ਪਿੱਛੇ ਲੱਗ ਕੇ ਭਟਕਦੇ ਰਹਿੰਦੇ ਹਨ, ਉਹ ਫਿਰ ਮੁੱਕ ਜਾਂਦੇ ਹਨ। ਕਬੀਰ ਸਾਹਿਬ ਕਹਿੰਦੇ ਅਸੀਂ ਵੇਖਿਆ ਹੈ, ਕਬੀਰ ਬੈਦ ਮੂਆ ਰੋਗੀ ਮੂਆ, ਮੂਆ ਸਭ ਸੰਸਾਰ, ਏਕ ਕਬੀਰਾ ਨਾ ਮੂਆ ਜੇ ਨਾਹੀ ਰੋਵਣ ਹਾਰ। ਕਹਿੰਦੇ ਇੱਕ ਕਬੀਰ ਇਹ ਵਿਸ਼ਿਆਂ ਵਿਕਾਰਾਂ ਦੀ ਮੌਤ ਤੋਂ ਬਚਿਆ ਜੇ, ਤੇ ਉਹ ਬਚਣ ਦਾ ਕਾਰਨ ਕੀ ਹੈ? ਕਹਿੰਦੇ ਜਿਹੜੇ ਸਾਡੇ ਸਾਥੀ ਗਿਆਨ ਇੰਦਰੇ ਹਨ। ਹੁਣ ਜਿਹੜਾ ਲੋਭੀ ਮਨੁੱਖ ਹੈ, ਉਹਦਾ ਮਨ ਲੋਭ ਵਾਲੇ ਪਾਸੇ ਨੂੰ ਭਟਕਦਾ, ਉਹਦੀਆਂ ਅੱਖਾਂ, ਉਹਦੀ ਜ਼ੁਬਾਨ, ਉਹਦੇ ਹੱਥ ਮਾਇਆ ਵਾਲੇ ਪਾਸੇ ਭਟਕਦੇ ਹਨ। ਪਰ ਜਿਹੜਾ ਇੱਕ ਸਬਰ, ਸੰਤੋਖ ਤੇ ਸੰਜਮ ਦੇ ਵਿੱਚ ਰਹਿ ਕੇ ਜੀਵਨ ਬਤੀਤ ਕਰਨ ਵਾਲਾ ਗੁਰਮੁਖ ਜਨ ਹੈ, ਉਹਨੇ ਆਪਣੇ ਮਨ ਨੂੰ ਵੀ ਸਾਧਿਆ ਹੈ, ਉਹਨੇ ਆਪਣੇ ਤਨ ਨੂੰ ਵੀ ਸਾਧਿਆ, ਉਹਦੀਆਂ ਅੱਖਾਂ ਵੀ ਵਸ ਦੇ ਵਿੱਚ ਹਨ। ਮਹਾਰਾਜ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੁਖਮਨੀ ਸਾਹਿਬ ਅੰਦਰ ਫਰਮਾਨ ਵੀ ਕਰਦੇ ਹਨ ਕਿ ਪਰਤਰਿਆ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ, ਕਰਨ ਨਾ ਸੁਣੈ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕੋ ਮੰਦਾ, ਗੁਰ ਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਬਾਸ਼ਨਾ ਮਨ ਤੇ ਟਰੈ, ਇੰਦਰੀ ਜਿਤ ਪੰਚ ਦੋਖ ਤੇ ਰਹਿਤ, ਨਾਨਕ ਕੋਟ ਮਧੇ ਕੋ ਐਸਾ ਅਪਰਸ। ਉਹ ਕਹਿੰਦੇ ਜਿਹੜਾ ਕਰੋੜਾਂ ਚੋਂ ਕੋਈ ਇੱਕ ਅੱਧ ਇੱਦਾਂ ਦਾ ਨਿਰਲੇਪੀ ਬਿਰਤੀ ਵਾਲਾ ਗੁਰਮੁਖ ਜੀਵ ਹੈ, ਉਹਦੇ ਜੀਵਨ ਦੇ ਕਰਮ ਕੀ ਹਨ? ਨਾ ਉਹਦੀਆਂ ਅੱਖਾਂ ਮਾੜਾ ਵੇਖਦੀਆਂ ਹਨ, ਨਾ ਉਹਦੀ ਜ਼ੁਬਾਨ ਮਾੜਾ ਬੋਲਦੀ ਹੈ, ਨਾ ਉਹਦੇ ਹੱਥ ਮਾੜੇ ਕਰਮ ਕਰਦੇ ਹਨ, ਨਾ ਉਹਦੇ ਪੈਰ ਮਾੜੇ ਪਾਸੇ ਚੱਲਦੇ ਹਨ। ਉਹ ਆਪਣੇ ਇੰਦਰੀਆਂ ਤੇ ਕਾਬੂ ਕਰਕੇ ਜਿਉਂਦਾ ਹੈ। ਜਿਸ ਮਨੁੱਖ ਦਾ ਕਾਬੂ ਆਪਣੇ ਮਨ ਤੇ ਨਹੀਂ ਹੈ, ਆਪਣੇ ਇੰਦਰੀਆਂ ਤੇ ਨਹੀਂ ਹੈ, ਉਹ ਵਿਕਾਰਾਂ ਦੀ ਮੌਤੇ ਅੱਜ ਵੀ ਮਰਿਆ ਤੇ ਕੱਲ ਵੀ ਮਰਿਆ, ਉਹਨੂੰ ਵਿਕਾਰ ਮਾਰ ਸੁੱਟਦੇ ਹਨ। ਪਰ ਜਿਹਨੇ ਗੁਰੂ ਕੇ ਸ਼ਬਦ ਦਾ, ਗੁਰੂ ਕੀ ਬਾਣੀ ਦਾ ਸਹਾਰਾ ਲਿਆ, ਕਿਉਂਕਿ ਮਨ ਦਾ ਸੁਭਾਅ ਕੀ ਹੈ? ਮਨ ਲੋਚੈ ਬੁਰਾਈਆਂ
गुर शब्दी ए मन हो रही है। जिन्हें गुरु के शब्द की पहरेदारी मन ते रख दी उहदा फिर मन भटकदा नहीं है, क्योंकि गुरु के शब्द की चोट उन्होंने वार वार लगती है, उहदे इंद्रे भी काबू च रहिंदे ते उहदा मन भी काबू च रहिंदा है। सो कबीर साहब कहंदे साडे कोल ते साडे गुरु का सहारा है। पिछे भी एक कबीर साहब का बचन आपां विचारिया, जिथे कबीर साहब कहंदे साडे ते भी माया ने प्रभाव पाउण दा बड़ा यतन कीता, बड़े रूप बदल बदल के माया आउंदी रही, पर हम राखे गुर अपने उन कीनो आदेश, असी अपने गुरु की किरपा सदका माया की अग तो बच गए। इत्थे कबीर साहब कहंदे साडे इंद्रे जिहड़े साडे ज्ञान इंद्रे साडे कर्म इंद्रे सन, उन्हां दी खिच नहीं सी विषयां विकारां वाले पासे, जिस करके असी भी माया ते विषयां विकारां दी मौत तो बचण तो असी बच गए हाँ। बाकी जिन्हां दा अपने आप ते काबू नहीं है, वो भावें कोई वैद है भावें कोई रोगी है, वो विषयां विकारां दी मौते मरदे पए हन। अगे 70 नंबर सलोक च कबीर साहब फरमान करदे, कबीर राम ना ध्यायो मोटी लागी खोर। कबीर साहब कहंदे हे भाई वेख तू परमात्मा नूं ध्याउंदा नहीं पिया, अंदर तेरे विकारां ने बहुत ज़्यादा खोड़ बनाई पई है, अंदर खोखड़ापन कीता पिया है। जिवें कोई लक्कड़ है जां साडे दंद हन, अंदर कीड़ा लग जाए, असी उहदा वक्त सिर जे इलाज ना करिए तो सहजे सहजे की हुंदा है, वो कीड़ा सारे दे सारे दंद नूं खा जाता है, खराब कर दिता, खत्म कर दिता दंद। उन्होंने वक्त सिर उहदा इलाज नहीं किया गया, उन्होंने खत्म नहीं किया गया, उन्हें सारे दा सारा दंद खराब कर दिता। किसे लक्कड़ नूं कीड़ा लग गया है, जे ते उहदा शुरुआत दे विच ही कोई ना कोई हल कर लिया जावे ते वो चीज़ बच जाती है, ते जे उहदा शुरुआत दे विच हल ना किया जावे ते फिर सहजे सहजे वो लग्या होया कीड़ा, वो लगी हुई सियोंक लक्कड़ नूं पूरी तरह खोखला कर देंदी है। बाहरों वेखण नूं लगदा है ये बिल्कुल ठीक है, पर असल दे विच उहनूं अंदरों कीड़े ने बिल्कुल खोखला कीता हुंदा है। महाराज कहंदे बिल्कुल इसे तरह मनुख अवेसला हो के बैठा है, चाहिदा ते ये सी कि परमात्मा दे नाम दे नाल जुड़दा, नाम रूपी दवा दे नाल जुड़दा, ते ये जिहड़ा विकारां रूपी कीड़ा इहदे अंदर लग्या होया है, उस कीड़े नूं खत्म करके ये तंदरुस्त हो के मन करके तन करके तंदरुस्त हो के विचरदा। पर होया कि कबीर साहब कहंदे राम ना ध्यायो, परमात्मा नूं बंदे ने ध्याया नहीं, ते मोटी लागी खोर, अंदर विषयां विकारां ने बहुत ज़्यादा इहदे अंदर खोखड़ापन कर दिता, भाव अंदर दियां सारियां चंगियाइयां सारे गुण विषयां विकारां ने ऐन खत्म कर दिते। ये अंदरों बिल्कुल खोखड़ा हो गया, खाली हो गया। काया हांडी काठ की ना ओ चरै बहोर। कबीर साहब कहंदे हे भाई एवें अवेसला ना हो के तू खुल दे दवें कि विषय विकार तेरे जीवन नूं बर्बाद करदे रहन। कहंदे तेरे जीवन की हालत की है, लक्कड़ दी बनी हुई हांडी दी तरह है जीवन, लक्कड़ दी बनी हुई हांडी। हुण भांडे मिट्टी दे भी तैयार हुंदे हन, पकाए हुए भांडे नूं मिट्टी दे नूं अग ते चुल्हे ते रख के उन्होंने किन्नी बार वरत्या जाता, वो ठोकर ना लगे, टुटे ना भांडा, तो जिन्नी बार मर्जी उन्होंने चुल्हे ते रख के पानी गर्म करते रहो, होर चीज़ां उहदे च तैयार करते रहो, भांडे का कुछ नहीं बिगड़ता। जां होर आपां स्टील दे अलमूनीयम दे होर तरह तरह दीयां धातां दे भांडे वरतते हाँ, रोज़ उन्होंने घरां च वरत्या जाता, वो खराब नहीं हुंदे, सड़ते नहीं हैं। पर कबीर साहब कहंदे लक्कड़ दी बनी हुई हांडी होवे, ਉਹਨੂੰ ਅੱਗ ਤੇ ਰੱਖ ਕੇ ਬਾੜੋ, बेशक ਉਹਦੇ 'ਚ ਦੁੱਧ ਪਾਵੋ, ਪਾਣੀ ਪਾਵੋ, ਸਬਜ਼ੀ ਪਾਵੋ, ਕੁਝ ਵੀ ਪਾਵੋ, ਉਹਦੇ ਨਾਲ ਕੋਈ ਫਰਕ ਨਹੀਂ ਪੈਣਾ। ਲੱਕੜ ਦੀ ਹਾਂਡੀ ਨੂੰ ਜੇ ਅੱਗ ਤੇ ਰੱਖਾਂਗੇ ਤੇ ਉਹ ਪਹਿਲੀ ਵਾਰ ਦੇ ਵਿੱਚ ਹੀ ਸੜ ਜਾਣੀ ਹੈ, ਉਹਨੂੰ ਦੁਬਾਰਾ ਦੂਜੀ ਵਾਰ ਦੂਜੇ ਦਿਨ ਵਰਤਿਆ ਨਹੀਂ ਜਾ ਸਕਦਾ, ਤੀਜੇ ਦਿਨ ਵਰਤਿਆ ਨਹੀਂ ਜਾ ਸਕਦਾ, ਉਹ ਤੇ ਪਹਿਲੀ ਵਾਰ 'ਚ ਹੀ ਖਤਮ ਹੋ ਗਈ।
ਮਹਾਰਾਜ ਕਹਿੰਦੇ ਬਿਲਕੁਲ ਤੇਰੇ ਜੀਵਨ ਦੀ ਹਾਲਤ ਵੀ ਲੱਕੜ ਦੀ ਹਾਂਡੀ ਦੀ ਤਰ੍ਹਾਂ ਹੈ। ਇਹਨੂੰ ਇੱਕ ਵਾਰ ਵਿਸ਼ਿਆਂ ਵਿਕਾਰਾਂ ਦੀ ਅੱਗ ਨੇ ਬਰਬਾਦ ਕਰ ਦਿੱਤਾ ਤੇ ਦੁਬਾਰਾ ਇਹ ਜੀਵਨ ਮਿਲਣ ਵਾਲਾ ਨਹੀਂ ਹੋ। ਜਿਵੇਂ ਪਿੱਛੇ ਕਬੀਰ ਸਾਹਿਬ ਕਹਿੰਦੇ, ਜਿਉਂ ਬਨ ਫਲ ਪਾਕੈ ਭੋਏ ਗਿਰੈ ਬੌਰ ਨਾ ਲੱਗੈ ਡਾਰ। ਜਿਵੇਂ ਦਰਖਤ ਦਾ ਫਲ ਥੱਲੇ ਡਿੱਗ ਪਿਆ, ਦੁਬਾਰਾ ਉਹਨੂੰ ਦਰਖਤ ਦੇ ਨਾਲ ਨਹੀਂ ਜੋੜਿਆ ਜਾ ਸਕਦਾ। ਜਿਵੇਂ ਲੱਕੜ ਦੀ ਬਣੀ ਹੋਈ ਹਾਂਡੀ ਇੱਕ ਵਾਰ ਚੁੱਲ੍ਹੇ 'ਤੇ ਰੱਖੀ, ਸੜ ਗਈ, ਦੁਬਾਰਾ ਉਹਨੂੰ ਨਹੀਂ ਵਰਤਿਆ ਜਾ ਸਕਦਾ। ਬਿਲਕੁਲ ਇਸੇ ਤਰ੍ਹਾਂ ਜੀਵਨ ਇੱਕ ਵਾਰ ਮਿਲਿਆ, ਵਿਸ਼ਿਆਂ ਵਿਕਾਰਾਂ ਨੇ ਬਰਬਾਦ ਕਰ ਦਿੱਤਾ। ਪਰਤ ਕੇ ਇਹ ਜੀਵਨ ਮਿਲਣ ਵਾਲਾ ਨਹੀਂ ਹੈ, ਦੁਬਾਰਾ ਜੀਵਨ ਮਿਲਣ ਵਾਲਾ ਨਹੀਂ ਹੈ। ਇਸ ਕਰਕੇ ਇਸ ਜੀਵਨ ਨੂੰ ਸੰਭਾਲੋ। ਅੱਗੇ ਕਬੀਰ ਸਾਹਿਬ ਜੀ 71 ਨੰਬਰ ਸ਼ਲੋਕ 'ਚ ਫਰਮਾਨ ਕਰਦੇ ਹਨ, ਕਬੀਰ ਐਸੀ ਹੋਏ ਪਰੀ ਮਨ ਕੋ ਭਾਵਤ ਕੀਨ। ਕਹਿੰਦੇ ਇੱਦਾਂ ਦਾ ਸਮਾਂ ਆਣ ਬਣੇ, ਜੋ ਮਨ ਚਾਹੁੰਦਾ ਸੀ ਉਹ ਕੁਝ ਕਰਨ ਦਾ ਸਮਾਂ ਬਣ ਗਿਆ। ਜਾਂ ਕਈ ਵਾਰ ਐਸਾ ਵੀ ਹੁੰਦਾ ਹੈ, ਕੋਈ ਕੰਮ ਕਰਨ ਦਾ ਮੌਕਾ ਇੱਦਾਂ ਬਣ ਗਿਆ, ਬੰਦਾ ਨਹੀਂ ਵੀ ਕਰਨਾ ਚਾਹੁੰਦਾ ਪਰ ਹੁਣ ਕਰਨਾ ਪੈਣਾ ਹੈ। ਤੇ ਜਿਹੜਾ ਕੰਮ ਪਤਾ ਹੋਵੇ ਕਿ ਕਰਨਾ ਹੀ ਪੈਣਾ ਹੈ, ਫਿਰ ਉਸ ਕੰਮ ਨੂੰ ਅੱਧੇ ਅਧੂਰੇ ਮਨ ਦੇ ਨਾਲ ਨਹੀਂ ਕਰਨਾ ਚਾਹੀਦਾ ਹੈ। ਐਨ ਪੂਰਾ ਪ੍ਰੋਪਰ ਤਰੀਕੇ ਦੇ ਨਾਲ ਉਸ ਕੰਮ ਨੂੰ ਕਰਨਾ ਚਾਹੀਦਾ ਹੈ। ਕਬੀਰ ਸਾਹਿਬ ਕਹਿੰਦੇ, ਮਰਨੇ ਤੇ ਕਿਆ ਡਰਪਨਾ ਜਬ ਹਾਥ ਸਿਧੌਰਾ ਲੀਨ। ਪੁਰਾਣੇ ਸਮਿਆਂ 'ਚ ਪਿਛਲੇ ਦਿਨੀ ਵੀ ਗੁਰੂ ਅਮਰਦਾਸ ਸਾਹਿਬ ਦੀ ਵਿਚਾਰ ਕਰਦਿਆਂ ਆਪਾਂ ਸਤੀ ਪ੍ਰਥਾ ਦਾ ਜ਼ਿਕਰ ਕੀਤਾ ਸੀ। ਪਤੀ ਮਰ ਗਿਆ, ਹੁਣ ਪਤਨੀ ਨੂੰ ਵੀ ਉਹਦੀ ਬਲਦੀ ਹੋਈ ਚਿਖਾ 'ਤੇ ਸੁੱਟ ਕੇ ਸਾੜਿਆ ਜਾਣਾ ਹੈ। ਤੇ ਜਿਹੜੀ ਇਸਤਰੀ ਨੂੰ ਇੱਦਾਂ ਉਹਦੇ ਹੱਥ ਦੇ ਵਿੱਚ ਸੰਧੂਰ ਤੇ ਨਾਰੀਅਲ ਪਕੜਾ ਦਿੱਤਾ ਜਾਂਦਾ ਸੀ ਕਿ ਹੁਣ ਤੈਨੂੰ ਵੀ ਇਹ ਬਲਦੀ ਹੋਈ ਚਿਖਾ ਦੇ ਵਿੱਚ ਛਾਲ ਮਾਰ ਕੇ ਕੁੱਦ ਕੇ ਸੜਨਾ ਹੀ ਪੈਣਾ ਹੈ। ਫਿਰ ਉਹ ਵੀ ਤਿਆਰ ਹੋ ਜਾਂਦੀ ਸੀ, ਉਹਨੂੰ ਵੀ ਪਤਾ ਹੁੰਦਾ ਸੀ ਕਿ ਹੁਣ ਜ਼ਿੰਦਗੀ ਦਾ ਕੋਈ ਆਪਸ਼ਨ ਨਹੀਂ ਹੈ, ਹੁਣ ਮਰਨਾ ਹੀ ਮਰਨਾ ਪੈਣਾ ਹੈ। ਮਹਾਰਾਜ ਕਹਿੰਦੇ ਜਿਵੇਂ ਉਹ ਸਤੀ ਹੈ, ਉਹਨੂੰ ਪਤਾ ਹੈ ਕਿ ਹੁਣ ਮਰਨਾ ਹੀ ਪੈਣਾ ਹੈ, ਉਹ ਫਿਰ ਮੌਤ ਤੋਂ ਡਰਦੀ ਨਹੀਂ, ਉਹ ਮੌਤ ਨੂੰ ਹੱਸ ਕੇ ਕਬੂਲ ਕਰਦੀ ਹੈ। ਬਿਲਕੁਲ ਇਸੇ ਤਰ੍ਹਾਂ ਜ਼ਿੰਦਗੀ ਦੇ ਅੰਦਰ, ਜੀਵਨ ਦੇ ਅੰਦਰ ਜਿਹੜਾ ਕੰਮ ਸਾਨੂੰ ਹੋਵੇ ਕਿ ਇਹ ਕੰਮ ਹੁਣ ਕਰਨਾ ਹੀ ਕਰਨਾ ਪੈਣਾ ਹੈ, ਫਿਰ ਉਸ ਕੰਮ ਤੋਂ ਭੱਜਣਾ ਨਹੀਂ ਚਾਹੀਦਾ ਜਾਂ ਉਸ ਕੰਮ ਨੂੰ ਅੱਧੇ ਅਧੂਰੇ ਮਨ ਦੇ ਨਾਲ ਨਹੀਂ ਕਰਨਾ, ਪੂਰੀ ਦ੍ਰਿੜਤਾ ਦੇ ਨਾਲ ਕਰਨਾ ਹੈ। ਯੋਧਿਆਂ ਨੂੰ, ਸੂਰਬੀਰਾਂ ਨੂੰ, ਸਿਪਾਹੀਆਂ ਨੂੰ ਇੱਦਾਂ ਦੇ ਪ੍ਰਮਾਣ ਦੇ ਕੇ ਮੈਦਾਨੇ ਜੰਗ ਅੰਦਰ ਤੋਰਿਆ ਜਾਂਦਾ ਸੀ ਕਿ ਹੁਣ ਤੁਸੀਂ ਸ਼ਮਸ਼ੀਰ ਹੱਥ 'ਚ ਪਕੜ ਲਈ। ਪੁਰਾਤਨ ਸਮਿਆਂ 'ਚ ਜਦੋਂ ਕਿਸੇ ਵੱਡੀ ਮੁਹਿੰਮ 'ਤੇ ਕਿਸੇ ਨੇ ਜਾਣਾ ਹੁੰਦਾ ਸੀ ਤੇ ਬਾਦਸ਼ਾਹ ਦੇ ਦਰਬਾਰ 'ਚ ਕਈ ਉਹਨਾਂ ਦੇ ਸੈਨਾਪਤੀ, ਸੈਨਾ ਦੇ ਮੁਖੀ ਹੁੰਦੇ ਸਨ। ਤੇ ਬਾਦਸ਼ਾਹ ਨੇ ਕੀ ਕਰਨਾ, ਭਰੇ ਦਰਬਾਰ ਦੇ ਵਿੱਚ ਸਾਰੇ ਸੈਨਾਪਤੀਆਂ ਨੂੰ ਸੱਦ ਲੈਣਾ, ਇੱਕ ਸ਼ਮਸ਼ੀਰ ਰੱਖ ਦੇਣੀ, ਉਹਦੇ ਉੱਪਰ ਪਾਨ ਦਾ ਬੀੜਾ ਰੱਖ ਦੇਣਾ ਤੇ ਸਭ ਨੂੰ ਲਲਕਾਰ ਕੇ ਕਹਿਣਾ ਕਿ ਵੇਖੋ ਮੁਹਿੰਮ ਬੜੀ ਵੱਡੀ ਹੈ। ਜਿਵੇਂ ਆਨੰਦਪੁਰ ਸਾਹਿਬ ਗੁਰੂ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੂੰ ਹਰਾਉਣ ਦੇ ਲਈ ਔਰੰਗਜ਼ੇਬ ਨੇ ਬੜਿਆਂ ਨੂੰ ਭੇਜਿਆ ਸੀ। ਇੱਕ ਸਮਾਂ ਐਸਾ ਆਇਆ, ਭਰੇ ਦਰਬਾਰ 'ਚ ਉਹਨੇ ਸ਼ਮਸ਼ੀਰ ਤੇ ਪਾਨ ਦਾ ਬੀੜਾ ਰੱਖ ਕੇ ਕਿਹਾ ਸੀ ਕਿ ਕਿਹੜਾ ਤੁਹਾਡੇ 'ਚੋਂ ਇੰਨਾ ਬਹਾਦਰ ਹੈ, ਇੰਨੀ ਜੁਰਤ ਰੱਖਦਾ ਹੈ ਕਿ ਆਨੰਦਪੁਰ ਗੁਰੂ ਗੋਬਿੰਦ ਸਿੰਘ ਦੇ ਨਾਲ ਜਾ ਕੇ ਮੁਕਾਬਲਾ ਕਰਨ ਦੀ ਜੁਰਤ ਰੱਖਦਾ ਹੈ। ਜਿਹਦੇ ਅੰਦਰ ਜੁਰਤ ਹੈ ਉਹ ਚੱਕੋ ਸ਼ਮਸ਼ੀਰ ਤੇ ਪਾਨ ਦਾ ਬੀੜਾ, ਜਿਹਨੂੰ ਆਪਾਂ ਆਮ ਕਹਾਵਤ ਵੀ ਆ ਕਿ ਜਿਹਨੇ ਬੀੜਾ ਚੁੱਕ ਲਿਆ ਉਹ ਸਮਝੋ ਕੰਮ ਕਰਕੇ ਹੀ ਮੁੜੇਗਾ। ਉਹਦਾ ਭਾਵ ਇਹੀ ਹੁੰਦਾ ਸੀ ਕਿ ਜਿਹਨੇ ਬੀੜਾ ਚੁੱਕ ਲਿਆ ਫਿਰ ਉਹ ਮੁਹਿੰਮ 'ਤੇ ਜਾਂਦਾ ਹੈ ਇਸ ਭਾਵਨਾ ਦੇ ਨਾਲ ਕਿ ਮੈਂ ਗੱਲ ਫਤਿਹ ਕਰਕੇ ਹੀ ਪਰਤਾਂਗਾ, ਨਹੀਂ ਤੇ ਨਹੀਂ ਪਰਤਾਂਗਾ। ਸੈਦ ਬੇਗ ਨੂੰ ਭੇਜਿਆ ਸੀ, ਗੱਲ ਵੱਖਰੀ ਆ ਕਿ ਮਹਾਰਾਜ ਦੇ ਸਾਹਮਣੇ ਜਦੋਂ ਉਹ ਗਿਆ ਹਥਿਆਰ ਛੁੱਟ ਗਏ ਤੇ ਗੁਰੂ ਦੇ ਚਰਨਾਂ 'ਤੇ ਝੁਕ ਗਿਆ ਸੀ। ਇਹ ਕਹਿਣ ਦਾ ਭਾਵ ਕਿ ਜਿਹਨੇ ਬੀੜਾ ਚੁੱਕ ਲਿਆ ਜਾਂ ਜਿਹੜਾ ਯੋਧਾ ਮੈਦਾਨੇ ਜੰਗ ਵਾਲੇ ਪਾਸੇ ਤੁਰ ਪਿਆ, ਫਿਰ ਉਹਦਾ ਧਿਆਨ ਪਿਛਾਂਹ ਮੁਖੀ ਨਹੀਂ ਸੀ ਹੁੰਦਾ। ਸਿਪਾਹੀ ਮੈਦਾਨੇ ਜੰਗ ਦੇ ਵਿੱਚ ਜੂਝਣ ਦੇ ਲਈ ਜਾਏ ਤੇ ਧਿਆਨ ਉਹਦਾ ਜੇ ਪਿਛਾਂਹ ਪਰਿਵਾਰ ਵਾਲੇ ਪਾਸੇ ਹੈ
ਅੱਧੇ ਅਧੂਰੇ ਮਨ ਦੇ ਨਾਲ ਉਹ ਲੜ ਨਹੀਂ ਸਕਦਾ, ਤੇ ਜਿਹੜਾ ਅੱਧੇ ਅਧੂਰੇ ਮਨ ਦੇ ਨਾਲ ਲੜਦਾ ਪਿਆ ਹੈ ਉਹ ਬਚ ਵੀ ਨਹੀਂ ਸਕਦਾ ਤੇ ਉਹ ਜਿੱਤ ਵੀ ਨਹੀਂ ਜੇ ਸਕਦਾ। ਜਿੱਤਦੇ ਉਹ ਹਨ ਜਿਹੜੇ ਐਨ ਪੂਰੀ ਦ੍ਰਿੜਤਾ ਦੇ ਨਾਲ, ਪੂਰੇ ਹੌਸਲੇ ਦੇ ਨਾਲ ਮੈਦਾਨੇ ਜੰਗ ਦੇ ਵਿੱਚ ਜੂਝਦੇ ਹਨ। ਮਹਾਰਾਜ ਕਹਿੰਦੇ ਦਾਗੇ ਹੋਏ ਸੋ ਰਣ ਮੈਂ ਜੂਝੈ। ਜਿਹਨੇ ਆਪਣੇ ਆਪ ਨੂੰ ਐਨ ਦ੍ਰਿੜ ਕਰ ਲਿਆ ਉਹ ਜੂਝਦਾ ਵੀ ਹੈ ਤੇ ਉਹ ਜਿੱਤਦਾ ਵੀ ਹੈ। ਇਹਨੂੰ ਕਬੀਰ ਸਾਹਿਬ ਕਹਿੰਦੇ ਮਰਨੇ ਤੇ ਕਿਆ ਡਰਪਣਾ, ਜਬ ਹੱਥ ਸਿਧੌਰਾ ਲੀਨ। ਜਦੋਂ ਹੱਥ 'ਚ ਸਿਧੌਰਾ ਪਕੜ ਲਿਆ ਪਤਾ ਹੀ ਹੈ ਮਰਨਾ ਪੈਣਾ, ਫਿਰ ਮਰਨ ਦੀ ਕੀ ਮੌਤ ਦਾ ਡਰ ਤੇ ਕੀ ਮੌਤ ਦੀ ਪਰਵਾਹ। ਕਬੀਰ ਰਸ ਕੋ ਗਾਂਢੋ ਚੂਸੀਐ, ਗੁਣ ਕੋ ਮਰੀਐ ਰੋਏ। ਕਬੀਰ ਸਾਹਿਬ ਕਹਿੰਦੇ ਕਦੇ ਧਿਆਨ ਦੇ ਨਾਲ ਵੇਖੋ, ਗੰਨਾ ਹੈ ਰਸ ਦੇ ਨਾਲ ਭਰਿਆ ਹੋਇਆ, ਤੇ ਰਸ ਦੇ ਨਾਲ ਭਰੇ ਹੋਣ ਕਰਕੇ ਕੀ ਹੁੰਦਾ ਹੈ, ਉਹਨੂੰ ਵੇਲਣੇ 'ਚ ਪਾ ਕੇ ਪੀੜਿਆ ਜਾਂਦਾ ਹੈ। ਗੁਰੂ ਮਹਾਰਾਜ ਦਾ ਇੱਕ ਜਗ੍ਹਾ ਤੇ ਹੋਰ ਬਚਨ ਹੈ, ਕਹਿੰਦੇ ਵੇਖ ਜੇ ਮਿੱਠਾ ਕੱਟਿਆ ਕੱਟ ਕੁੱਟ ਬੱਧਾ ਪਾਏ। ਮਿੱਠਾ ਹੈ ਗੰਨਾ, ਤੇ ਕੀ ਹੁੰਦਾ ਹੈ, ਉਹਦੇ ਮਿੱਠੇ ਦੇ ਗੁਣ ਕਰਕੇ ਉਹਨੂੰ ਪਹਿਲਾਂ ਖੇਤ 'ਚੋਂ ਕੱਟਿਆ ਜਾਂਦਾ ਹੈ। ਫਿਰ ਇੱਕੋ ਵਾਰੀ ਉਹਨੂੰ ਜੜ ਤੋਂ ਨਹੀਂ ਕੱਟਿਆ ਜਾਂਦਾ, ਉਦੋਂ ਬਾਅਦ ਉਹਦੇ ਟੁਕੜੇ ਟੁਕੜੇ ਕੀਤੇ ਜਾਂਦੇ ਹਨ। ਉਹ ਟੁਕੜੇ ਟੁਕੜੇ ਕਰਕੇ ਫਿਰ ਉਹਨੂੰ ਕੋਲੂ ਦੇ ਵਿੱਚ ਪਾ ਕੇ ਪੀੜਿਆ ਜਾਂਦਾ ਹੈ, ਉਹਦਾ ਰਸ ਕੱਢਿਆ ਜਾਂਦਾ ਹੈ। ਰਸ ਕੱਢਿਆ ਗਿਆ, ਹੁਣ ਫੋਕਟ ਉਹਦਾ ਇੱਕ ਪਾਸੇ ਹੈ, ਰਸ ਉਹਦਾ ਇੱਕ ਪਾਸੇ ਹੈ। ਉਹ ਫਿਰ ਜ਼ਿਮੀਂਦਾਰ ਉਹਨੂੰ ਇੱਕ ਕੜਾਹੇ ਦੇ ਵਿੱਚ ਰਸ ਨੂੰ ਪਾ ਕੇ ਤੇ ਥੱਲੇ ਅੱਗ ਬਾਲਦੇ ਹਨ। ਜਿਹੜਾ ਗੰਨੇ ਦਾ ਫੋਕਟ ਸੀ ਉਹਨੂੰ ਥੱਲੇ ਪਾ ਕੇ ਕੜਾਹ ਬਾਲਿਆ ਗਿਆ, ਉਹ ਗੰਨੇ ਦਾ ਫੋਕਟ ਵੀ ਸੜ ਰਿਹਾ ਹੈ ਅੱਗ ਦੇ ਵਿੱਚ, ਤੇ ਜਿਹੜਾ ਰਸ ਸੀ ਉਹ ਵੀ ਅੱਗ ਦੇ ਵਿੱਚ ਸੜਦਾ ਪਿਆ ਹੈ। ਹੁਣ ਇਹਨਾਂ ਸਾਰਾ ਕੁਝ ਗੰਨੇ ਦੇ ਨਾਲ ਕਿਉਂ ਵਰਤਿਆ? ਕਿਉਂਕਿ ਉਹਦੇ 'ਚ ਮਿਠਾਸ ਸੀ, ਉਹਦੇ 'ਚ ਰਸ ਸੀ। ਤੇ ਕਬੀਰ ਸਾਹਿਬ ਕਹਿੰਦੇ ਵੇਖੋ ਜਿਹਦੇ ਅੰਦਰ ਰਸ ਹੈ, ਆਪਣੇ ਰਸ ਦੇ ਆਪਣੇ ਮਿਠਾਸ ਦੇ ਗੁਣ ਕਰਕੇ ਉਹਨੂੰ ਬਹੁਤ ਤਰ੍ਹਾਂ ਦੇ ਕਸ਼ਟ ਸਹਿਣੇ ਪਏ। ਭਾਵੇਂ ਉਹਨੂੰ ਕਸ਼ਟ ਬੜੇ ਸਹਿਣੇ ਪਏ, ਪਰ ਉਹ ਕਸ਼ਟ ਸਹਾਰ ਕੇ ਕਿਸੇ ਦੇ ਖਾਣ ਦੇ ਯੋਗ ਬਣਿਆ। ਤਰ੍ਹਾਂ ਤਰ੍ਹਾਂ ਦੀਆਂ ਮਠਿਆਈਆਂ ਫਿਰ ਉਸੇ ਗੰਨੇ ਕਰਕੇ, ਮਿਠਾਸ ਕਰਕੇ ਹੀ ਬਣਦੀਆਂ ਹਨ, ਜਿਨ੍ਹਾਂ ਤੋਂ ਆਪਾਂ ਫਿਰ ਤਰ੍ਹਾਂ ਤਰ੍ਹਾਂ ਦੇ ਸਵਾਦ ਲੈਂਦੇ ਹਾਂ। ਇਸੇ ਤਰ੍ਹਾਂ ਉਹ ਕਹਿੰਦੇ ਜਿਹੜੇ ਮਨੁੱਖ ਦੇ ਜੀਵਨ 'ਚ ਗੁਣ ਹਨ, ਗੁਣ ਕੋ ਮਰੀਐ ਰੋਏ। ਜਿਵੇਂ ਆਪਣੇ ਮਿੱਠੇ ਦੇ ਗੁਣ ਕਰਕੇ ਗੰਨੇ ਨੂੰ ਆਪਣੇ ਆਪ 'ਤੇ ਬਹੁਤ ਕੁਝ ਸਹਾਰਨਾ ਪਿਆ, ਇਸੇ ਤਰ੍ਹਾਂ ਜਿਹੜੇ ਬੰਦੇ ਦੇ ਜੀਵਨ 'ਚ ਗੁਣ ਹੁੰਦੇ ਹਨ ਉਹਨੂੰ ਵੀ ਬਹੁਤ ਕੁਝ ਆਪਣੇ ਆਪ 'ਤੇ ਸਹਾਰਨਾ ਪੈਂਦਾ ਹੈ। ਆਪਣੇ ਗੁਣ ਕਰਕੇ ਨਿਮਰਤਾ ਹੋਵੇ, ਮਿਠਾਸ ਹੋਵੇ, ਹਲੀਮੀ ਹੋਵੇ। ਕਈ ਵਾਰ ਹੰਕਾਰੀ ਲੋਕ ਉਹਦੇ ਨਾਲ ਬਹੁਤ ਤਰ੍ਹਾਂ ਦੀਆਂ ਵਧੀਕੀਆਂ ਵੀ ਕਰਦੇ, ਜਿਵੇਂ ਆਪਾਂ ਦਫ਼ਤਰਾਂ 'ਚ ਵੀ ਲੋਕ ਕੰਮ ਕਰਦੇ ਹਨ। ਜਿਹੜਾ ਵਿਚਾਰਾ ਭਲਾ ਮਾਨਸ ਹੋਵੇ ਉਹਨੂੰ ਸਾਰੇ ਹੀ ਆਵਾਜ਼ਾਂ ਮਾਰ ਮਾਰ ਕੇ ਕੰਮ ਦੱਸੀ ਜਾਂਦੇ ਆ। ਕਿਉਂ? ਕਿਉਂਕਿ ਉਹਦੇ ਅੰਦਰ ਹਲੀਮੀ ਹੈ, ਨਿਮਰਤਾ ਹੈ, ਜੀ ਹਜ਼ੂਰੀ ਹੈ, ਗੁਣ ਹੈ। ਹੁਣ ਮਹਾਰਾਜ ਕਹਿੰਦੇ ਵੇਖੋ ਕਬੀਰ ਸਾਹਿਬ ਜਿਹੜੀ ਗੱਲ ਕਰ ਰਹੇ ਹਨ ਕਿ ਜੀਵਨ ਗੁਣਵਾਨ ਹੋਣਾ ਚਾਹੀਦਾ ਹੈ। ਇਹ ਸੱਚ ਹੈ ਕਿ ਗੁਣ ਕਰਕੇ ਬਹੁਤ ਤਰ੍ਹਾਂ ਦੀਆਂ ਪਰੇਸ਼ਾਨੀਆਂ ਵੀ ਸਹਿਣੀਆਂ ਪੈਂਦੀਆਂ ਨੇ, ਕਸ਼ਟ ਵੀ ਸਹਿਣੇ ਪੈਂਦੇ ਹਨ, ਪਰ ਫਿਰ ਵੀ ਗੁਣਵਾਨ ਦੀ ਤਾਰੀਫ ਹੈ, ਗੁਣਵਾਨ ਦੀ ਤਾਰੀਫ ਹੈ। ਅਵਗਣਿਆਰੇ ਦੀ ਤਾਰੀਫ ਨਹੀਂ ਹੈ। ਅਵਗਣਿਆਰੇ ਮਾਨਸੈ ਭਲੋ ਨ ਕਹਿ ਹੈ ਕੋਏ। ਜਿਵੇਂ ਸਾਡਾ ਘਰ ਹੈ, ਹੁਣ ਘਰ ਦੀ ਸਫਾਈ ਕਰਨ ਦੇ ਲਈ ਮਿਹਨਤ ਕਰਨੀ ਪੈਂਦੀ ਆ, ਝਾੜੂ ਪੋਚਾ ਲਾਉਣਾ ਪੈਂਦਾ ਹੈ, ਪਰ ਐਨ ਘਰ ਸੋਹਣਾ ਸਾਫ ਸੁਥਰਾ ਹੋਵੇ ਤੇ ਸਾਰੇ ਸਲਾਹੁੰਦੇ ਹਨ। ਤੇ ਘਰ 'ਚ ਗੰਦਗੀ ਖਿਲਾਰਨ ਦੇ ਲਈ ਕੋਈ ਮਿਹਨਤ ਕਰਨ ਦੀ ਲੋੜ ਨਹੀਂ ਪੈਂਦੀ। ਤੁਸੀਂ ਕੁਝ ਵੀ ਨਾ ਕਰੋ, ਬਾਹਰ ਦੀ ਡਸਟ, ਮਿੱਟੀ, ਧੂੜ, ਘੱਟਾ ਆਪਣੇ ਆਪ ਹੀ ਅੰਦਰ ਆਵੇਗਾ, ਗੰਦਗੀ ਫੈਲ ਜਾਏਗੀ। ਸਫਾਈ ਕਰਨ ਦੇ ਲਈ ਮਿਹਨਤ ਕਰਨੀ ਪਈ, ਗੰਦਗੀ ਖਿਲਾਰਨ ਦੇ ਲਈ ਮਿਹਨਤ ਕੋਈ ਨਹੀਂ ਕਰਨੀ ਪਈ। ਗੰਦਗੀ ਤੇ ਆਪਣੇ ਆਪ ਖਾਲੀ ਮਕਾਨ ਗੰਦੇ ਹੋ ਜਾਂਦੇ ਹਨ। ਪਰ ਹੁਣ ਜਿਹੜਾ ਗੰਦਗੀ ਦੇ ਨਾਲ ਭਰਿਆ ਘਰ ਹੈ ਉਹਨੂੰ ਚੰਗਾ ਕੋਈ ਨਹੀਂ ਕਹਿੰਦਾ ਹੈ। ਸਲਾਹਿਆ ਤੇ ਉਸੇ ਨੂੰ ਜਾਂਦਾ ਹੈ ਜਿਹੜਾ ਐਨ ਸਾਫ ਸੁਥਰਾ ਹੈ। ਜੇ ਸਾਡੇ ਕੱਪੜੇ ਗੰਦੇ ਹਨ, ਗੰਦੇ ਕਰਨ ਦੇ ਲਈ ਕੋਈ ਮਿਹਨਤ ਕਰਨ ਦੀ ਲੋੜ ਨਹੀਂ ਪੈਣੀ। ਇੱਕੋ ਹੀ ਕੱਪੜੇ ਆਪਾਂ 2-4 ਦਿਨ ਪਾਈ ਜਾਈਏ, ਗੰਦੇ ਆਪੇ ਹੋ ਜਾਣੇ ਹਨ, ਤੇ ਉਹਨੂੰ ਚੰਗਾ ਕਿਸੇ ਨੇ ਨਹੀਂ ਕਹਿਣਾ ਹੈ। ਸਾਫ ਕੱਪੜੇ ਪਾਉਣ ਦੇ ਲਈ ਧੋਣੇ ਪੈਂਦੇ, ਮਿਹਨਤ ਕਰਨੀ ਪੈਂਦੀ ਹੈ, ਪਰ ਲੋਕ ਸਲਾਹੁੰਦੇ, ਸਮਾਜ ਸਲਾਹੁੰਦਾ ਵੀ ਹੈ।
ਮਹਾਰਾਜ ਕਹਿੰਦੇ ਜੇ ਤੇ ਗੁਣ ਧਾਰਨ ਕਰਨੇ ਹਨ ਫਿਰ ਕਸ਼ਟ ਸਹਿਣੇ ਪੈਣੇ ਹਨ। ਗੁਣ ਧਾਰਨ ਕਰਨ ਦੇ ਲਈ ਵੀ ਕਸ਼ਟ ਸਹਿਣੇ ਪੈਂਦੇ ਹਨ ਤੇ ਗੁਣਵਾਨ ਬਣ ਕੇ ਵਿਚਰਨ ਦੇ ਵਿੱਚ ਵੀ ਕਸ਼ਟ ਸਹਿਣੇ ਪੈਂਦੇ ਹਨ। ਤੇ ਜੇ ਆਪਾਂ ਕਹੀਏ ਜੀ ਕਸ਼ਟ ਨਹੀਂ ਸਹਿ ਸਕਦੇ ਤੇ ਫਿਰ ਤੇ ਅਵਗੁਣਾਂ ਦੇ ਨਾਲ ਭਰ ਜਾਵਾਂਗੇ। ਤੇ ਜੇ ਜੀਵਨ ਅਵਗੁਣਿਆਰਾ ਹੋਵੇਗਾ, ਅਵਗੁਣਿਆਰੇ ਮਾਨਸੈ ਭਲੋ ਨ ਕਹਿ ਕੋਏ। ਅਵਗੁਣਾਂ ਦੇ ਨਾਲ ਭਰੇ ਹੋਏ ਨੂੰ ਕੋਈ ਭਲਾ ਨਹੀਂ ਜੇ ਕਹਿੰਦਾ, ਚੰਗਾ ਨਹੀਂ ਜੇ ਕਹਿੰਦਾ। ਸਲਾਹਿਆ ਉਹਨਾਂ ਨੂੰ ਜਾਂਦਾ ਹੈ ਜਿਨ੍ਹਾਂ ਦੇ ਜੀਵਨ ਦੇ ਵਿੱਚ ਗੁਣ ਹੋਣ, ਜਿਨ੍ਹਾਂ ਦਾ ਜੀਵਨ ਗੁਣਵਾਨ ਹੋਵੇ। ਇਸ ਕਰਕੇ ਆਪਾਂ ਗੁਣਵਾਨ ਬਣ ਕੇ ਜਿਉਣਾ ਹੈ। ਬੇਸ਼ੱਕ ਗੁਣਾਂ ਦੇ ਰਸਤੇ 'ਤੇ ਚੱਲਦਿਆਂ, ਚੰਗਿਆਈਆਂ ਦੇ ਰਸਤੇ 'ਤੇ ਚੱਲਦਿਆਂ ਬਹੁਤ ਤਰ੍ਹਾਂ ਦੀਆਂ ਪਰੇਸ਼ਾਨੀਆਂ ਵੀ ਹੁੰਦੀਆਂ ਹਨ, ਪਰ ਫਿਰ ਵੀ ਮਹਾਰਾਜ ਕਹਿੰਦੇ ਭਲਾਈ ਦਾ ਰਸਤਾ ਨਹੀਂ ਛੱਡਣਾ, ਚੰਗਿਆਈ ਦਾ ਰਸਤਾ ਨਹੀਂ ਛੱਡਣਾ। ਜਿਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਵੰਸ਼ ਦੇ ਵਿੱਚੋਂ ਬਾਬਾ ਸਾਹਿਬ ਸਿੰਘ ਜੀ ਬੇਦੀ ਇੱਕ ਦਿਨ ਨਦੀ ਦੇ ਕਿਨਾਰੇ ਆਪਣੇ ਕੁਝ ਸਾਥੀਆਂ ਦੇ ਨਾਲ ਜਾਂਦੇ ਪਏ ਸਨ। ਇੱਕ ਬਿੱਛੂ ਪਾਣੀ 'ਚ ਰੁੜਦਾ ਹੋਇਆ ਵੇਖਿਆ, ਤਰਸ ਆਇਆ, ਉਹਨੂੰ ਬਾਹਰ ਕੱਢਣ ਲੱਗੇ ਤੇ ਬਿੱਛੂ ਨੇ ਅੱਗੋਂ ਕੱਟਿਆ। ਇੱਕਦਮ ਉਹਨਾਂ ਨੇ ਆਪਣਾ ਹੱਥ ਬਚਾਇਆ, ਬਿੱਛੂ ਫੇਰ ਛੁੱਟ ਗਿਆ। ਫਿਰ ਉਹਨੂੰ ਬਾਹਰ ਕੱਢਣ ਲੱਗੇ, ਬਿੱਛੂ ਫੇਰ ਕੱਟੇ, ਫੇਰ ਛੁੱਟ ਜਾਵੇ। 3-4 ਵਾਰ ਜਦੋਂ ਇੱਦਾਂ ਹੋਇਆ, ਨਾਲ ਦੇ ਸਾਥੀ ਕਹਿਣ ਲੱਗੇ ਬਾਬਾ ਜੀ ਜੇ ਇਹ ਵਾਰ-ਵਾਰ ਕੱਟਦਾ ਹੈ, ਬਾਹਰ ਨਹੀਂ ਨਿਕਲਣਾ ਚਾਹੁੰਦਾ ਤੇ ਛੱਡੋ, ਕੀ ਲੈਣਾ ਇਹਨੂੰ ਬਾਹਰ ਕੱਢ ਕੇ। ਤੇ ਉਹ ਅੱਗੋਂ ਕਹਿਣ ਲੱਗੇ ਜੇ ਇਹ ਆਪਣਾ ਬੁਰਾ ਸੁਭਾਅ, ਕੱਟਣ ਵਾਲਾ ਸੁਭਾਅ ਨਹੀਂ ਛੱਡਦਾ ਪਿਆ ਤੇ ਅਸੀਂ ਆਪਣਾ ਬਚਾਉਣ ਵਾਲਾ ਸੁਭਾਅ ਕਿਉਂ ਛੱਡੀਏ। ਅਕਸਰ ਕੀ ਹੁੰਦਾ ਹੈ, ਇੱਕ ਬੰਦਾ ਬੜੀ ਬੁਰਿਆਈ ਦਾ ਧਾਰਨੀ ਹੈ, ਇੱਕ ਪਾਸੇ ਚੰਗਿਆਈ ਵਾਲਾ ਹੈ, ਤੇ ਚੰਗਾ ਬੰਦਾ ਆਖਰ ਚੁੱਪ ਕਰ ਜਾਂਦਾ ਕਿ ਹੁਣ ਇਹ ਤੇ ਹਟਦਾ ਹੀ ਨਹੀਂ ਹੈ ਤੇ ਹੁਣ ਮੈਂ ਕੀ ਕਰਾਂ, ਅਸੀਂ ਕੀ ਕਰੀਏ। ਪਰ ਜੇ ਬੁਰਾ ਆਪਣੀ ਬੁਰਿਆਈ ਨਹੀਂ ਛੱਡਦਾ ਹੈ ਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਚੰਗਿਆਈ ਨਾ ਛੱਡੀਏ। ਤੇ ਜੇ ਲਗਾਤਾਰ ਯਤਨ ਕਰਾਂ ਤੇ ਅਖੀਰ ਚੰਗਿਆਈ ਦੀ ਹੀ ਜਿੱਤ ਹੋਣੀ ਹੈ, ਚੰਗਿਆਈ ਦੀ ਹੀ ਫਤਿਹ ਹੁੰਦੀ ਹੈ। ਸੋ ਕਬੀਰ ਸਾਹਿਬ ਕਹਿੰਦੇ ਜੀਵਨ ਨੂੰ ਗੁਣਵਾਨ ਬਣਾਵੋ। ਜੇ ਬੁਰਾ ਆਪਣੇ ਬੁਰੇਪਨ ਨੂੰ ਨਹੀਂ ਛੱਡਦਾ, ਅਵਗੁਣਿਆਰਾ ਆਪਣੇ ਅਵਗੁਣਾਂ ਨੂੰ ਨਹੀਂ ਛੱਡਦਾ, ਤੇ ਗੁਣਵਾਨ ਦਾ ਫਰਜ਼ ਬਣਦਾ ਹੈ ਉਹ ਅਖੀਰ ਤੱਕ ਆਪਣੇ ਗੁਣਾਂ ਨੂੰ ਨਾ ਤਿਆਗੇ, ਗੁਣਾਂ ਨੂੰ ਨਾ ਛੱਡੇ। ਗੁਣਾਂ ਦੀ ਬਰਕਤ ਸਦਕਾ ਹੀ ਸਮਾਜ ਅੰਦਰ ਔਰ ਮਾਲਕ ਦੇ ਘਰ ਖੁਸ਼ੀਆਂ ਮਿਲਦੀਆਂ ਨੇ। ਤੇ ਗੁਣ ਕਿੱਥੋਂ ਮਿਲਦੇ ਹਨ? ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ, ਤੇਹਾ ਕੋਏ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ। ਜਿੱਦਾਂ ਦਾ ਗੁਣਾਂ ਦਾ ਦਾਤਾ ਸਾਡਾ ਗੁਰੂ ਹੈ, ਉਹਦੇ ਬਰਾਬਰ ਹੋਰ ਕੋਈ ਦੂਜਾ ਨਹੀਂ ਹੈ। ਇਸ ਕਰਕੇ ਗੁਰੂ ਕੋਲ ਆ ਕੇ ਜਿਵੇਂ ਆਪਾਂ ਹੋਰ ਸਾਰੀਆਂ ਚੀਜ਼ਾਂ ਮੰਗਦੇ ਹਾਂ, ਉੱਦਾਂ ਹੀ ਗੁਰੂ ਕੋਲ ਆ ਕੇ ਗੁਣਾਂ ਦੀ ਦਾਤ, ਨਿਮਰਤਾ, ਹਲੀਮੀ, ਸਤ ਸੰਤੋਖ ਦੀ ਦਾਤ ਵੀ ਮੰਗਣੀ ਹੈ। ਗੁਰੂ ਦੀਆਂ ਖੁਸ਼ੀਆਂ ਔਰ ਗੁਣਾਂ ਦੀਆਂ ਦਾਤਾਂ ਝੋਲੀ ਪੈਣ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ